पर जो विरोधी पार्टियां ने ਜਾਂ जो आम आवाम है ਉਹਦਾ ਮੰਨਣਾ है कि हरसिमरत कौर बादल ਦਾ ਅਸਤੀਫਾ जिस समय ਦਿੱਤਾ ਗਿਆ उस समय एक सियासी स्टंट ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਖੇਤੀ ਆਰਡੀਨੈਂਸ ਦੇ ਫਾਇਦੇ ਗਿਣਾਏ ਗਏ ਸੀ। ਅੱਜ ਖੇਤੀ ਆਰਡੀਨੈਂਸ ਤੇ ਅਕਾਲੀ ਦਲ ਦਾ ਯੂ ਟਰਨ ਹੈ, ਕਿਸ ਤਰ੍ਹਾਂ ਦੇਖਦੇ ਹੋ? ਕਿਤੇ ਇਹ ਸਮੇਂ ਦੇ ਨਾਲ ਬਦਲੀ ਹੋਈ ਸਿਆਸਤ ਦੀ ਖੇਡ ਦੀ ਚਾਲ ਤਾਂ ਨਹੀਂ ਲੱਗਦੀ? ਜੇਕਰ ਕੇਂਦਰ ਸਰਕਾਰ ਇਸ ਆਰਡੀਨੈਂਸ ਦੇ ਉੱਤੇ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ, ਆਰਡੀਨੈਂਸ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦਾ ਹੱਥ ਛੱਡੇਗੀ, ਗੱਠਜੋੜ ਨੂੰ ਖਤਮ ਕਰੇਗੀ ਉਸ ਦਿਨ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪਵੇ, ਚਾਹੇ ਕੋਈ ਸਮਝੌਤਾ ਤੋੜਨਾ ਵੀ ਪਵੇ, ਤੇ ਸ਼੍ਰੋਮਣੀ ਅਕਾਲੀ ਦਲ ਇਹਦੇ ਲਈ ਪਿੱਛੇ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦਾ ਸਪਸ਼ਟ ਸਟੈਂਡ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜਾ ਬਿੱਲ ਹੈ ਸ਼੍ਰੋਮਣੀ ਅਕਾਲੀ ਦਲ ਲਾਗੂ ਨਹੀਂ ਹੋਣ ਦੇਵੇਗਾ। ਇਸ ਕਰਕੇ ਜਦੋਂ ਮੋਦੀ ਸਾਹਿਬ ਨੇ ਮੀਟਿੰਗ ਸੱਦੀ ਕੇਂਦਰੀ ਕੈਬਨਿਟ ਦੀ, ਉਹਦੇ ਵਿੱਚ ਸਾਡੇ ਜਿਹੜੇ ਕੈਬਨਿਟ ਮੰਤਰੀ ਸੀਗੇ ਹਰਸਿਮਰਤ ਕੌਰ ਸਾਡੇ ਭੈਣ, ਉਹਨਾਂ ਨੇ ਇਹਦੀ ਡਟ ਕੇ ਵਿਰੋਧਤਾ ਕੀਤੀ ਤੇ ਇਹ ਜਿਹੜਾ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਨਹੀਂ ਹੈ। ਇਹਨਾਂ ਦੇ ਜਿਹੜੇ ਬਿਆਨ ਆ ਭਗਵੰਤ ਮਾਨ ਜੀ ਦੇ, ਮੈਂ ਇਹਨੂੰ ਕਦੀ ਸਿੰਸੀਅਰ ਹੋ ਕੇ ਨਹੀਂ ਲਿਆਗਾ, ਕਿਉਂਕਿ ਨਾ ਹੀ ਲੈਣੇ ਚਾਹੀਦੇ ਆ। ਜਿੱਥੋਂ ਤੱਕ ਤੁਸੀਂ ਖੇਤੀ ਆਰਡੀਨੈਂਸ ਦੀ ਗੱਲ ਕੀਤੀ ਹੈ, ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਲੈ ਕੇ ਸਟੈਂਡ ਰਿਹਾ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਸੀਗਾ ਕਿ ਅਸੀਂ ਇਸ ਖਰੜੇ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਦੇ ਕਿਸਾਨ, ਜਿਹੜੇ ਦੇਸ਼ ਦੇ ਕਿਸਾਨ ਆ, ਉਹਨਾਂ ਦੇ ਨਾਲ ਖੜੇ ਹੋਵਾਂਗੇ। ਡੇਲੀ ਨਿਊਜ਼ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਤੁਹਾਡਾ ਨਾਮ ਪਲਵਿੰਦਰ ਸਿੰਘ। ਸਵਾਗਤ ਕਰਦੇ ਹਾਂ ਤੁਹਾਡਾ। ਖੇਤੀ ਆਰਡੀਨੈਂਸ ਕਿਸਾਨਾਂ ਦਾ ਗਲ ਘੁੱਟਣ ਵਾਲੇ ਆਰਡੀਨੈਂਸ ਕਿਹਾ ਜਾ ਰਿਹਾ ਹੈ। ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕੇਂਦਰ ਸਰਕਾਰ ਇਸ ਖੇਤੀ ਆਰਡੀਨੈਂਸ ਦੀਆਂ ਤਾਰੀਫਾਂ ਕਰ ਰਹੀ ਹੈ ਕਿ ਇਸ ਦੇ ਨਾਲ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਮਿਲੇਗੀ, ਕਿਸਾਨਾਂ ਦੀ ਜਿਹੜੀ ਉਪਜ ਹੈ, ਜਿਹੜੀ ਫਸਲ ਹੈ, ਉਸ ਦਾ ਚੰਗਾ ਭਾਅ ਮਿਲੇਗਾ ਔਰ ਉਸ ਦੀ ਜਿਹੜੀ ਸਿੱਧੀ ਖਰੀਦਦਾਰੀ ਹੈ ਉਹ ਸੁਖਾਲੀ ਕਰ ਦਿੱਤੀ ਜਾਏਗੀ। ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਖੇਤੀ ਆਰਡੀਨੈਂਸ ਕਿਸਾਨੀ ਦਾ ਗਲਾ ਘੁੱਟਣਗੇ, ਕਿਸਾਨੀ ਨੂੰ ਖਤਮ ਕਰ ਦੇਣਗੇ, ਕਿਉਂਕਿ ਜਦ ਖੇਤੀ ਮੰਡੀਆਂ ਹੀ ਨਹੀਂ ਰਹਿਣਗੀਆਂ, ਜਦ ਸਰਕਾਰੀ ਖਰੀਦ ਹੀ ਨਹੀਂ ਰਹੇਗੀ ਤੇ ਉਸ ਤੋਂ ਬਾਅਦ ਵਪਾਰੀ ਦੀ ਮਰਜ਼ੀ ਹੋਏਗੀ, ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਹੋਏਗੀ ਕਿ ਉਹ ਕਿਸ ਰੇਟ ਤੇ ਕਿਸਾਨ ਦੇ ਕੋਲੋਂ ਫਸਲ ਲੈਂਦੇ ਨੇ। ਕਿਉਂਕਿ ਕਿਸਾਨ ਦੇ ਲਈ ਜੋ ਜ਼ਮੀਨ ਹੈ, ਜੋ ਫਸਲ ਹੈ, ਉਹ ਬੜੀ ਮਾਇਨੇ ਰੱਖਦੀ ਹੈ। ਕਿਸਾਨ ਜ਼ਮੀਨ ਨੂੰ ਆਪਣੀ ਮਾਂ ਦਾ ਦਰਜਾ ਦਿੰਦੇ ਨੇ ਔਰ ਕਿਸਾਨੀ ਨੂੰ ਬਚਾਉਣ ਲਈ ਇਸ ਸਮੇਂ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾ ਰਿਹਾ ਹੈ। ਇਕੱਲਾ ਪੰਜਾਬ ਹੀ ਨਹੀਂ, ਹਰਿਆਣਾ ਅਤੇ ਬਾਕੀ ਸਟੇਟਾਂ ਦੇ ਵਿੱਚ ਵੀ ਕਿਸਾਨਾਂ ਦਾ ਵੱਡੇ ਪੱਧਰ 'ਤੇ ਸੰਘਰਸ਼ ਜਾਰੀ ਹੈ। ਕੇਂਦਰ ਦੇ ਖਿਲਾਫ, ਕੇਂਦਰ ਦੇ ਇਹਨਾਂ ਆਰਡੀਨੈਂਸਾਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੀ ਜੋ ਕੇਂਦਰ ਦੇ ਵਿੱਚ ਵਜ਼ਾਰਤ ਸੀ, ਜੋ ਕੇਂਦਰ ਦੇ ਵਿੱਚ ਮੰਤਰੀ ਸੀ ਬੀਬੀ ਹਰਸਿਮਰਤ ਕੌਰ ਬਾਦਲ, ਉਹਨਾਂ ਵੱਲੋਂ ਵੀ ਇਹਨਾਂ ਖੇਤੀ ਆਰਡੀਨੈਂਸਾਂ ਦੇ ਖਿਲਾਫ ਅਸਤੀਫਾ ਦੇ ਦਿੱਤਾ ਗਿਆ ਅਤੇ ਕਿਸਾਨੀ ਦੇ ਨਾਲ ਖੜੇ ਹੋਣ ਦਾ ਸਬੂਤ ਦਿੱਤਾ ਗਿਆ ਹੈ। ਇਸ ਅਸਤੀਫੇ ਤੋਂ ਬਾਅਦ ਕਈ ਤਰ੍ਹਾਂ ਦੀਆਂ ਵਿਵਾਦ ਸਾਹਮਣੇ ਆਏ ਨੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਇੱਕ ਮਹਿਜ ਸਿਆਸੀ ਡਰਾਮਾ ਹੈ, ਕਿਉਂਕਿ ਹੁਣ ਆਪਣੀ ਵਜ਼ਾਰਤ ਜਾਂਦੀ ਦੇਖ ਕੇ ਬਾਦਲ ਪਰਿਵਾਰ ਵੱਲੋਂ ਇੱਕ ਸਿਆਸੀ ਪੱਤਾ ਖੇਡਿਆ ਗਿਆ ਹੈ। ਮੇਰੇ ਨਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸਰਦਾਰ ਕੁਲਦੀਪ ਸਿੰਘ ਔਲਖ। ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਕਿ ਵਾਕਿਆ ਹੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜੋ ਇਹ ਖੇਤੀ ਆਰਡੀਨੈਂਸਾਂ ਦੇ ਖਿਲਾਫ ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦਿੱਤਾ ਗਿਆ ਹੈ, ਕਿਤੇ ਇਹ ਤਾਸ਼ ਦੀ ਖੇਡ ਦਾ ਇੱਕ ਮੋਹਰਾ ਤਾਂ ਨਹੀਂ ਬਣ ਕੇ ਰਹਿ ਗਿਆ? ਕੀ ਲੱਗਦਾ ਹੈ ਕਿ ਵਾਕਿਆ ਕਿਸਾਨੀ ਦਾ ਦੁੱਖ ਹੈ ਬਾਦਲ ਪਰਿਵਾਰ ਨੂੰ? ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਸਰਦਾਰ ਬਾਦਲ ਸਾਹਿਬ ਵੱਲੋਂ ਹੀ ਇਹ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਕਿ ਖੇਤੀ ਆਰਡੀਨੈਂਸ ਇੱਕ ਬਹੁਤ ਲਾਹੇਵੰਦ ਹੋਏਗਾ, ਪਰ ਅੱਜ ਉਸ 'ਤੇ ਆਪਣਾ ਯੂ ਟਰਨ ਲੈਣਾ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸਰਦਾਰ ਕੁਲਦੀਪ ਸਿੰਘ ਔਲਖ ਜੀ ਦੇ ਨਾਲ। ਕੁਲਦੀਪ ਸਿੰਘ ਔਲਖ ਜੀ, ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਡੇਲੀ ਨਿਊਜ਼ ਪੰਜਾਬੀ। ਔਲਖ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਹੋ ਤੁਸੀਂ, ਔਰ ਖੇਤੀ ਆਰਡੀਨੈਂਸ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਸਟੈਂਡ ਸਪਸ਼ਟ ਕਰੋਗੇ? ਕਿਉਂਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਖੇਤੀ ਆਰਡੀਨੈਂਸ ਦੇ ਫਾਇਦੇ ਗਿਣਾਏ ਗਏ ਸੀ। ਅੱਜ ਖੇਤੀ ਆਰਡੀਨੈਂਸ ਤੇ ਅਕਾਲੀ ਦਲ ਦਾ ਯੂ ਟਰਨ ਹੈ, ਕਿਸ ਤਰ੍ਹਾਂ ਦੇਖਦੇ ਹੋ? ਕਿਤੇ ਇਹ ਸਮੇਂ ਦੇ ਨਾਲ ਬਦਲੀ ਹੋਈ ਸਿਆਸਤ ਦੀ ਖੇਡ ਦੀ ਚਾਲ ਤਾਂ ਨਹੀਂ ਲੱਗਦੀ? ਪਲਵਿੰਦਰ ਜੀ, ਅਸਲ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ, ਕਿਸਾਨਾਂ ਦੀ ਜਥੇਬੰਦੀ ਹੈ, ਸ਼ੁਰੂ ਤੋਂ ਲੈ ਕੇ ਜਦੋਂ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਤੇ ਹਮੇਸ਼ਾ ਇਹਨਾਂ ਨੇ ਹਰੇਕ ਵਰਗ ਦੀ, ਚਾਹੇ ਮਜ਼ਦੂਰ ਵਰਗ ਹੈ, ਚਾਹੇ ਕਿਸਾਨ ਵਰਗ ਹੈ, ਚਾਹੇ ਨੌਜਵਾਨ ਵਰਗ ਹੈ, ਚਾਹੇ ਸਾਡੇ ਦਲਿਤ ਵਰਗ ਹੈ, ਹਰੇਕ ਵਰਗ ਦੀ ਅੱਗੇ ਹੋ ਕੇ ਲੜਾਈ ਲੜੀ ਹੈ।
ਤੇ ਖਾਸ ਤੌਰ ਤੇ ਜਿਹੜੇ ਸਾਡੇ ਕਿਸਾਨ ਵੀਰ ਆ ਉਹਨਾਂ ਦੀ ਲੜਾਈ ਲੜੀ ਹੈ, ਕਿਉਂਕਿ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਹੈ ਇਹ ਕਿਸਾਨਾਂ ਦੀ ਜਥੇਬੰਦੀ ਹੈ। ਜਿੱਥੋਂ ਤੱਕ ਤੁਸੀਂ ਖੇਤੀ ਆਰਡੀਨੈਂਸ ਦੀ ਗੱਲ ਕੀਤੀ ਹੈ, ਇਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਲੈ ਕੇ ਸਟੈਂਡ ਰਿਹਾ। ਜਦੋਂ ਇਹ ਖਰੜਾ ਤਿਆਰ ਕੀਤਾ ਗਿਆ ਸੀ, ਭਾਵੇਂ ਕਿ ਉਸ ਸਮੇਂ ਦੇ ਜਿਹੜੇ ਕਾਂਗਰਸ ਦੇ ਆਗੂ, ਬਹੁਤ ਸਾਰੇ ਸੀਨੀਅਰ ਕਾਂਗਰਸ ਦੇ ਆਗੂ ਆ, ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੈ, ਜਿਹੜੀ ਕਮੇਟੀ ਇੱਕ ਬਣੀ ਸੀ ਖਰੜਾ ਤਿਆਰ ਕਰਨ ਵਾਸਤੇ ਕਮੇਟੀ ਬਣੀ ਸੀ, ਉਹਦੇ ਮੈਂਬਰ ਵੀ ਸੀਗੇ। ਉਸ ਕਮੇਟੀ ਦੇ ਵਿੱਚ ਖਰੜਾ ਤਿਆਰ ਕਰਨ ਵਾਸਤੇ ਇਹਨਾਂ ਦੇ ਨੁਮਾਇੰਦੇ ਜਿਹੜੇ ਵਿੱਤ ਮੰਤਰੀ ਹੈ ਉਹ ਵੀ ਸ਼ਾਮਲ ਹੋਏ ਸੀਗੇ। ਉੱਥੇ ਉਹਨਾਂ ਨੇ ਪ੍ਰਵਾਨਗੀ ਦਿੱਤੀ ਤੇ ਸਾਰਾ ਖਰੜਾ ਜਿਹੜਾ ਤਿਆਰ ਕੀਤਾ ਗਿਆ। ਇਹ ਕੋਈ ਹੁਣ ਦੀ ਗੱਲ ਨਹੀਂ। ਉਸ ਤੋਂ ਬਾਅਦ ਜਦੋਂ ਇਹ ਖਰੜਾ ਤਿਆਰ ਹੋਣ ਤੋਂ ਬਾਅਦ ਕੈਬਨਿਟ ਦੇ ਵਿੱਚ ਆਇਆ, ਜਦੋਂ ਮੋਦੀ ਸਾਹਿਬ ਨੇ ਮੀਟਿੰਗ ਸੱਦੀ ਕੇਂਦਰੀ ਕੈਬਨਿਟ ਦੀ, ਉਹਦੇ ਵਿੱਚ ਸਾਡੇ ਜਿਹੜੇ ਕੈਬਨਿਟ ਮੰਤਰੀ ਸੀਗੇ ਹਰਸਿਮਰਤ ਕੌਰ ਸਾਡੇ ਭੈਣ, ਉਹਨਾਂ ਨੇ ਇਹਦੀ ਡਟ ਕੇ ਵਿਰੋਧਤਾ ਕੀਤੀ ਤੇ ਇਹ ਜਿਹੜਾ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਨਹੀਂ ਹੈ। ਪਰ ਇਹਨਾਂ ਨੇ ਫਿਰ ਵੀ ਜਿਹੜੀ ਸੈਂਟਰ ਦੀ ਵਜ਼ਾਰ ਸੀ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਬੈਠ ਕੇ ਤਰੀਕੇ ਦੇ ਨਾਲ ਸੋਧਾਂ ਕੀਤੀਆਂ ਜਾਣਗੀਆਂ ਜਿਸ ਤਰ੍ਹਾਂ ਵੀ ਹੈ। ਤੇ ਪਰ ਕਿਸਾਨਾਂ ਦੇ ਨਾਲ ਇਹਨਾਂ ਨੇ ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਸੀਗਾ ਵੀ ਜਦੋਂ ਇਹਨਾਂ ਨੇ ਖਰੜਾ ਤਿਆਰ ਕਰਨਾ ਸੀਗਾ, ਜਿਹੜੀਆਂ ਕਿਸਾਨਾਂ ਦੇ ਨਾਲ ਸੰਬੰਧਿਤ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਾਂ ਹੋਰ ਜਿਹੜੀਆਂ ਸੈਂਟਰ ਦੀ ਸਰਕਾਰ ਦੇ ਵਿੱਚ ਭਾਈਵਾਲ ਕਿਸਾਨ ਜਥੇਬੰਦੀਆਂ ਜਾਂ ਹੋਰ ਹੈ, ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਭਰੋਸੇ ਵਿੱਚ ਲੈ ਕੇ ਇੱਕ ਖਰੜਾ ਤਿਆਰ ਕਰਨਾ ਚਾਹੀਦਾ ਸੀਗਾ। ਉਸ ਤੋਂ ਪਹਿਲਾਂ ਪ੍ਰਵਾਨਗੀ ਲੈਣੀ ਚਾਹੀਦੀ ਸੀ। ਇਹਨਾਂ ਨੇ ਸੈਂਟਰ ਨੇ ਉਹ ਪ੍ਰਵਾਨਗੀ ਨਹੀਂ ਲਈ, ਜਿਹੜੀ ਸਭ ਤੋਂ ਅਫਸੋਸ ਦੀ ਗੱਲ ਹੈ। ਤੇ ਸਮੇਂ-ਸਮੇਂ 'ਤੇ ਸ਼੍ਰੋਮਣੀ ਅਕਾਲੀ ਦਲ ਜਾਗਰਤ ਇਹਨਾਂ ਨੂੰ ਕਰਦਾ ਰਿਹਾ, ਇਹਨਾਂ ਨੂੰ ਚੇਤਾਵਨੀਆਂ ਵੀ ਦਿੰਦਾ ਰਿਹਾ ਵੀ ਕਿਸਾਨਾਂ ਦੇ ਹਿੱਤ ਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਅਸੀਂ ਸਮਝੌਤਾ ਨਹੀਂ ਕਰਾਂਗੇ। ਇਸ ਕਰਕੇ ਇਹਨਾਂ ਨੇ ਜਦੋਂ ਕੈਬਨਿਟ ਦੇ ਵਿੱਚ ਉਸ ਤੋਂ ਬਾਅਦ ਜਦੋਂ ਖਰੜਾ ਤਿਆਰ ਹੋ ਗਿਆ, ਉਦੋਂ ਬਾਅਦ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੱਗੇ ਗੱਲ ਰੱਖੀ ਤੇ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕਰ ਦਿੱਤਾ ਸੀਗਾ ਵੀ ਅਸੀਂ ਇਸ ਖਰੜੇ ਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਦੇ ਕਿਸਾਨ, ਜਿਹੜੇ ਦੇਸ਼ ਦੇ ਕਿਸਾਨ ਆ, ਉਹਨਾਂ ਦੇ ਨਾਲ ਖੜੇ ਹੋਵਾਂਗੇ। ਇਸ ਕਰਕੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਉਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇਸ਼ ਭਰ ਦੇ ਜਿਹੜੇ ਕਿਸਾਨ ਹੈ, ਜਿਹੜੀ ਕਿਸਾਨੀ ਜਿਹੜੀ ਹੈ ਇਸ ਵਕਤ ਬਹੁਤ ਦੁਖੀ ਹੈ, ਉਹ ਕਿਸਾਨਾਂ ਦੇ ਨਾਲ ਖੜੇ ਹੈ। ਇਸ ਕਰਕੇ ਕਿਸੇ ਵੀ ਹਾਲ ਦੇ ਵਿੱਚ ਇਹ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਸਮੇਂ ਅਸਤੀਫਾ ਦਿੱਤਾ ਹੈ। ਉਹਨਾਂ ਦਾ ਅਸਤੀਫਾ ਜੋ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਅਸਤੀਫਾ ਮਨਜ਼ੂਰ ਹੋ ਗਿਆ, ਮੰਨ ਲਿਆ ਜਾਂਦਾ ਹੈ ਕਿ ਇਹਨਾਂ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਹੈ ਉਹ ਕਿਸਾਨੀ ਦੇ ਹੱਕ ਦੇ ਵਿੱਚ ਦਿੱਤਾ ਗਿਆ ਹੈ। ਪਰ ਜੋ ਵਿਰੋਧੀ ਪਾਰਟੀਆਂ ਨੇ ਜਾਂ ਜੋ ਆਮ ਆਵਾਮ ਹੈ, ਉਹਦਾ ਮੰਨਣਾ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜਿਸ ਸਮੇਂ ਦਿੱਤਾ ਗਿਆ ਹੈ ਉਸ ਸਮੇਂ ਇਹ ਇੱਕ ਸਿਆਸੀ ਸਟੰਟ ਨੂੰ ਹੀ ਮੁੱਖ ਤੌਰ 'ਤੇ ਦਿੱਤਾ ਗਿਆ ਕਿ 2022 ਦੇ ਵਿੱਚ ਆਉਣ ਵਾਲੀਆਂ ਜੋ ਚੋਣਾਂ ਨੇ ਉਹਨਾਂ ਨੂੰ ਲੈ ਕੇ ਦਿੱਤਾ ਗਿਆ, ਕਿਉਂਕਿ ਜੋ ਪੰਜਾਬ ਹੈ ਇੱਕ ਖੇਤੀ ਪ੍ਰਧਾਨ ਸੂਬਾ ਹੈ, ਕਿਸਾਨੀ ਪ੍ਰਧਾਨ ਸੂਬਾ ਹੈ। ਕਿਸ ਤਰ੍ਹਾਂ ਦੇਖਦੇ ਹੋ ਇਸ ਅਸਤੀਫੇ ਦੇ ਮਾਇਨੇ ਕੀ ਸੀਗੇ? ਦੇਖੋ, ਜਦੋਂ ਪਾਰਲੀਮੈਂਟ ਦੇ ਵਿੱਚ ਬਿੱਲ ਆਇਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਵਿਰੋਧਤਾ ਕੀਤੀ ਇਹਦੇ ਵਿੱਚ। ਉਸ ਤੋਂ ਪਹਿਲਾਂ ਵੀ ਤੇ ਪਾਰਲੀਮੈਂਟ ਦੇ ਵਿੱਚ ਵੀ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕਲੀਅਰ ਕਰ ਦਿੱਤਾ ਸੀ ਵੀ ਜੇ ਬਿੱਲ ਵਾਪਸ ਨਾ ਕੀਤੇ ਗਏ ਤਾਂ ਅਸੀਂ ਕਿਸੇ ਹਾਲਤ ਦੇ ਵਿੱਚ ਜਿਹੜੀ ਕੈਬਨਿਟ ਹੈ ਉਹਦੇ ਵਿੱਚ ਨਹੀਂ ਰਵਾਂਗੇ। ਉਸੇ ਸਮੇਂ ਸਾਡੇ ਭੈਣ ਜੀ ਹਰਸਿਮਰਤ ਕੌਰ ਜਿਹੜੇ ਸਾਡੇ ਵਜ਼ੀਰ ਸਨ ਉਸ ਸਮੇਂ, ਉਹਨਾਂ ਨੇ ਉਸੇ ਸਮੇਂ ਲਿਖਤੀ ਤੌਰ 'ਤੇ ਅਸਤੀਫਾ ਦੇ ਦਿੱਤਾ। ਤੇ ਬਾਕੀ ਜੇ ਇਹਦੇ ਵਿੱਚ ਕੋਈ ਹੋਰ ਰਾਜਨੀਤੀ ਦੀ ਗੱਲ ਹੁੰਦੀ, ਜਿਵੇਂ ਐਪੋਜੀਸ਼ਨ ਕਹਿ ਰਹੀ ਹੈ, ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਜੇ ਸਾਡੇ ਵਜ਼ੀਰ ਹੈ ਜੇ ਰਿਜ਼ਾਈਨ ਨਹੀਂ ਕਰਦੇ ਸੀਗੇ ਤੇ ਕਹਿੰਦੇ ਸੀ ਇਹ ਕੁਰਸੀ ਦੇ ਭੁੱਖੇ ਹੈ, ਇਹ ਸੈਂਟਰ ਦੇ ਥੱਲੇ ਲੱਗੇ ਹੋਏ ਆ, ਤੇ ਜੇ ਭੈਣ ਜੀਰਾਂ ਨੇ ਰਿਜ਼ਾਈਨ ਕਰਤਾ, ਸਾਡੇ ਵਜ਼ੀਰ ਜੇ ਰਿਜ਼ਾਈਨ ਕਰਕੇ ਲੋਕਾਂ ਦੇ ਨਾਲ ਖੜੇ ਆ, ਕਿਸਾਨਾਂ ਦੇ ਨਾਲ ਖੜੇ ਆ, ਤੇ ਮੈਂ ਸਮਝਦਾ ਵੀ ਜਿਹੜੀ ਐਪੋਜੀਸ਼ਨ ਹੈ ਇਹਨਾਂ ਦਾ ਮੈਂ ਸਟੈਂਡ ਨਹੀਂ ਸਮਝਦਾ। ਬਿੱਲਾਂ ਦੇ ਵਿੱਚ ਜਦੋਂ ਉੱਥੇ ਵੀ ਇਹਨਾਂ ਦੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਰਹੀ। ਪਹਿਲੇ ਦਿਨ ਜਦੋਂ ਬਹਿਸ ਹੋਈ ਹੈ, ਇਹਨਾਂ ਦਾ ਨਾ ਤਾਂ ਕੋਈ ਕਾਂਗਰਸ ਪਾਰਟੀ ਦਾ ਮੈਂਬਰ ਪਾਰਲੀਮੈਂਟ ਸੀ ਉੱਥੇ, ਤੇ ਨਾ ਹੀ ਆ ਜਿਹੜੇ ਝਾੜੂ ਵਾਲੇ ਜਿਹੜੇ ਕਾਂਗਰਸ ਦੀ ਬੀ ਟੀਮ ਹੈ ਇਹ ਉੱਥੇ ਸੀਗੇ। ਇਹਨਾਂ ਦੀ ਜਿਹੜੇ ਰਲ ਮਿਲ ਕੇ ਜੇ ਗੇਮ ਖੇਡਦੇ ਰਹੇ ਆ, ਇਹਨਾਂ ਦਾ ਸਿਰਫ ਇੱਕੋ ਹੀ ਨਿਸ਼ਾਨਾ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਹੀਣ ਕੀਤਾ ਜਾਵੇ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਨੀਤੀਆਂ ਉਹਨਾਂ ਦੀ ਵਿਰੋਧਤਾ ਕੀਤੀ ਜਾਵੇ, ਤੇ ਤਰ੍ਹਾਂ ਦੇ ਜਿਹੜੇ ਭਰਮ ਭੁਲੇਖੇ ਪਾ ਕੇ ਲੋਕਾਂ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਕਰ ਦਈਏ ਵੀ ਜਿਹੜੇ ਆਉਣ ਵਾਲੇ ਜਿਹੜੀ 2022 ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਇਦ ਨੁਕਸਾਨ ਹੋ ਜੇ। ਪਰ ਜਿਹੜੇ ਪੰਜਾਬ ਦੇ ਲੋਕ ਹੈ ਬੜੀ ਚੰਗੀ ਤਰ੍ਹਾਂ ਜਾਣਦੇ ਆ, ਸਪਸ਼ਟ ਸਟੈਂਡ ਹੈ, ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਡਟ ਕੇ ਕਿਸਾਨਾਂ ਦੇ ਨਾਲ ਖੜੇਗਾ ਤੇ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ। ਔਲਖ ਸਾਹਿਬ, ਜਿਸ ਤਰ੍ਹਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇ ਦਿੱਤਾ, ਕੇਂਦਰ ਦੀ ਵਜ਼ਾਰਤ ਦੇ ਵਿੱਚੋਂ ਪੰਜਾਬ ਦਾ ਜੋ ਇੱਕ ਮੰਤਰੀ ਸੀ ਉਹ ਆਪਣੇ ਸਟੈਂਡ ਲੈ ਗਿਆ, ਆਪਣਾ ਪਾਸੇ ਹੋ ਗਿਆ, ਪਰ
ਫਿਰ ਵੀ ਤੁਹਾਡੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਦੀ ਬੀਜੇਪੀ ਦੇ ਨਾਲ ਅਜੇ ਵੀ ਗੱਠਜੋੜ ਹੈ। ਜੇ ਸਾਡਾ ਤੋੜ ਵਿਛੋੜ ਹੋ ਗਿਆ ਤਾਂ ਫਿਰ ਅਸੀਂ ਉਹ ਗੱਠਜੋੜ ਕਿਉਂ ਨਹੀਂ ਤੋੜਦੇ? ਨਹੀਂ ਜੀ, ਇਹ ਨਹੀਂ ਗੱਠਜੋੜ ਦੀ ਗੱਲ। ਇਹ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਏਗੀ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਵਿੱਚ ਬੈਠ ਕੇ ਵਧੀਆ ਤਰੀਕੇ ਦੇ ਨਾਲ ਫੈਸਲਾ ਲਿਆ ਜਾਊਗਾ, ਜੋ ਵੀ ਸਾਰੇ ਸੋਚਿਆ ਜਾਊਗਾ। ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠਜੋੜ ਦੀ ਗੱਲ ਹੈ, ਇਹਦੇ ਵਿੱਚ ਗੱਲ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਵੀ ਕਿਸੇ ਵੀ ਮਸਲੇ ਤੇ ਕੋਈ ਜ਼ਿਆਦਾ ਕਾਹਲ ਨਹੀਂ ਵਿਖਾਈਗੀ। ਇਹਦੇ ਵਿੱਚ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਇਹ ਗੱਲੋਂ ਧੰਨਵਾਦੀ ਵੀ ਹੈ ਪਹਿਲਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਾਫੀ ਜਿਹੜੇ ਕੰਮ ਸੀਗੇ ਜਿਨ੍ਹਾਂ ਦੇ ਵਿੱਚ GST ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੀ ਸੈਂਟਰ ਲਾਈ ਗਈ ਸੀ ਉਹ ਵਾਪਸ ਕਰਵਾਈ ਗਈ, ਅਤੇ ਕਰਤਾਰਪੁਰ ਦਾ ਜਿਹੜਾ ਲਾਂਘਾ ਹੈ, ਕਰਤਾਰਪੁਰ ਸਾਹਿਬ ਦਾ ਲਾਂਘਾ ਹੈ, ਉਹ ਜਿਹੜਾ ਚਾਲੂ ਕਰਵਾਇਆ ਗਿਆ। ਉਹਦੇ ਵਿੱਚ ਮੋਦੀ ਸਾਹਿਬ ਦਾ ਬਹੁਤ ਵੱਡਾ ਹੱਥ ਸੀ, ਉਹਨਾਂ ਨੇ ਬਹੁਤ ਸਾਰਾ ਸਹਿਯੋਗ ਦਿੱਤਾ। ਅਤੇ ਸਾਡੇ ਜਿਹੜੇ ਸੈਂਟਰ ਦੇ ਵਜ਼ੀਰ ਆ ਭੈਣ ਹਰਸਿਮਰਤ ਕੌਰ ਜੀ, ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਪੱਖ ਪੇਸ਼ ਕਰਕੇ ਜਿਹੜਾ ਲਾਂਘਾ ਖਲਵਾਇਆ ਸੀਗਾ। ਅਤੇ ਉਸ ਤੋਂ ਨਾਲ ਜਿਹੜਾ ਇੱਕ ਬਹੁਤ ਪੁਰਾਣਾ ਮਸਲਾ ਆ ਰਿਹਾ ਸੀਗਾ 1984 ਦੇ ਵਿੱਚ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਸੀ, ਕਾਂਗਰਸ ਪਾਰਟੀ ਨੇ ਬੜੀ ਯੋਜਨਾਬੱਧ ਤਰੀਕੇ ਦੇ ਨਾਲ ਕਰਵਾਇਆ ਸੀਗਾ। ਉਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਸੀਗੀਆਂ, ਕਿਉਂਕਿ ਜਿਹੜੇ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀਗੀ ਰਾਜੀਵ ਗਾਂਧੀ ਦੀ ਅਗਵਾਈ ਦੇ ਵਿੱਚ, ਉਹਨਾਂ ਨੇ ਇਹ ਕੇਸਾਂ ਦੇ ਵਿੱਚ ਬਹੁਤ ਸਾਰੇ ਕੇਸਾਂ ਦੇ ਵਿੱਚ FIR ਜਿਹੜੀਆਂ ਦਰਜ ਨਹੀਂ ਹੋਣ ਦਿੱਤੀਆਂ ਸੀਗੀਆਂ। ਬੜੀ ਪਰੇਸ਼ਾਨੀ ਹੋ ਰਹੀ ਸੀਗੀ। ਉਹਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਨੇ ਬਹੁਤ ਸਾਰਾ ਸਹਿਯੋਗ ਦਿੱਤਾ, ਅਤੇ ਸੱਜਣ ਕੁਮਾਰ ਵਰਗੇ ਜਿਹੜੇ ਦੋਸ਼ੀ ਹੈ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਹਨਾਂ ਨੂੰ ਫੜ ਕੇ ਅੰਦਰ ਵੀ ਕੀਤਾ, ਅਤੇ ਬੜੀ ਵਧੀਆ ਤਰੀਕੇ ਦੇ ਨਾਲ ਹੋਰ ਵੀ ਜਿਹੜੀ ਆਪਣੇ ਜਾਂਚ ਚੱਲ ਰਹੀ ਹੈ। ਜਿਹੜੇ ਬਾਕੀ ਜਿਹੜੀ ਦੋਸ਼ੀ ਹੈ ਉਹਨਾਂ ਨੂੰ ਅੰਦਰ ਕੀਤਾ ਜਾਊਗਾ। ਇਸ ਦੇ ਲਈ ਅਸੀਂ ਮੋਦੀ ਸਰਕਾਰ ਦੇ ਧੰਨਵਾਦੀ ਵੀ ਹਾਂ। ਪਰ ਅੱਜ ਦੇ ਸਮੇਂ ਦੇ ਵਿੱਚ ਹੁਣ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। ਜੇ ਇਹ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਨਾ ਕੀਤੀ, ਕੋਈ ਯੋਗ ਫੈਸਲਾ ਨਾ ਲਿਆ, ਕਿਉਂਕਿ ਅਜੇ ਵੀ ਇਹ ਜਿਹੜਾ ਬਿੱਲ ਹੈ ਰਾਸ਼ਟਰਪਤੀ ਕੋਲੇ ਜਾਣਾ ਹੈ, ਇਹਦੇ ਬਾਰੇ ਬਹੁਤ ਕੁਝ ਹੋ ਸਕਦਾ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸਪਸ਼ਟ ਸਟੈਂਡ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਇਹ ਜਿਹੜਾ ਬਿੱਲ ਹੈ ਸ਼੍ਰੋਮਣੀ ਅਕਾਲੀ ਦਲ ਲਾਗੂ ਨਹੀਂ ਹੋਣ ਦੇਵੇਗਾ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਸਮਝੌਤਾ ਕਰਨਾ ਪਵੇ, ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰਨੀ ਪਵੇ, ਚਾਹੇ ਕੋਈ ਸਮਝੌਤਾ ਤੋੜਨਾ ਵੀ ਪਵੇ, ਤੇ ਸ਼੍ਰੋਮਣੀ ਅਕਾਲੀ ਦਲ ਇਹਦੇ ਲਈ ਪਿੱਛੇ ਨਹੀਂ ਹਟੂਗਾ। ਔਲਖ ਸਾਹਿਬ, ਕਿਸਾਨ ਜਥੇਬੰਦੀਆਂ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਜਿਹੜੀ ਹੈ ਆਰ-ਪਾਰ ਦੀ ਲੜਾਈ ਲੜੀ ਜਾਏਗੀ, ਕਰੋ ਜਾਂ ਮਰੋ ਦੀ ਲੜਾਈ ਲੜੀ ਜਾਏਗੀ। ਜਿਹੜਾ ਖੇਤੀ ਆਰਡੀਨੈਂਸ ਹੈ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਪਾਸ ਨਹੀਂ ਹੋਣ ਦਿੱਤਾ ਜਾਏਗਾ। ਜੇਕਰ ਕੇਂਦਰ ਸਰਕਾਰ ਇਸ ਆਰਡੀਨੈਂਸ ਦੇ ਉੱਤੇ ਆਪਣਾ ਫੈਸਲਾ ਵਾਪਸ ਨਹੀਂ ਲੈਂਦੀ, ਆਰਡੀਨੈਂਸ ਨੂੰ ਅੱਗੇ ਭੇਜਿਆ ਜਾਂਦਾ ਹੈ ਰਾਜ ਸਭਾ ਦੇ ਵਿੱਚ ਰਾਸ਼ਟਰਪਤੀ ਤੱਕ ਪਾਸ ਕਰਨ ਦੇ ਲਈ, ਕੀ ਕਹਿੰਦੇ ਹੋ? ਸ਼੍ਰੋਮਣੀ ਅਕਾਲੀ ਦਲ BJP ਦਾ ਹੱਥ ਛੱਡੇਗੀ, ਗੱਠਜੋੜ ਨੂੰ ਖਤਮ ਕਰੇਗੀ ਉਸ ਦਿਨ? ਬਿਲਕੁਲ ਜੀ, ਇਹਦੇ ਬਾਰੇ ਮੈਂ ਪਹਿਲਾਂ ਵੀ ਸਪਸ਼ਟ ਕਰ ਚੁੱਕਾ। ਇਹ ਜੇ ਇਸ ਤਰ੍ਹਾਂ ਦੀ ਕੋਈ ਪੋਜੀਸ਼ਨ ਬਣਦੀ ਹੈ, ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਹੈ, ਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੈਠ ਕੇ ਫੈਸਲਾ ਲਿਆ ਜਾਊਗਾ। ਤੇ ਕਿਸੇ ਵੀ ਹਾਲਤ ਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਾ ਹੈ, ਸਮੁੱਚੇ ਪੰਜਾਬੀਆਂ ਦੇ ਨਾਲ ਖੜਾ ਹੈ। ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਵੀ ਕੁਰਬਾਨੀ ਕਰਨੀ ਪਈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਵੀ ਕੁਰਸੀ ਦੀ ਲੜਾਈ ਨਹੀਂ ਲੜੀ। ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਹੈ, ਲੋਕਾਂ ਦੇ ਹਿੱਤਾਂ ਦੀ ਗੱਲ ਕੀਤੀ ਹੈ, ਤੇ ਅੱਜ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ। ਜੇ ਸਾਨੂੰ ਕੋਈ ਇਸ ਤਰ੍ਹਾਂ ਦਾ ਕਦਮ ਉਠਾਉਣਾ ਵੀ ਪਿਆ ਤੇ ਅਸੀਂ ਗੁਰੇਜ਼ ਨਹੀਂ ਕਰਾਂਗੇ। ਕੁਲਦੀਪ ਸਿੰਘ ਔਲਖ ਜੀ, ਮੈਂ ਤੁਹਾਡੇ ਤੋਂ ਇੱਕ ਆਖਰੀ ਸਵਾਲ ਪੁੱਛਾਂਗਾ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਬਾਰੇ, ਕਿਉਂਕਿ ਪੰਜਾਬ ਦੀ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ MP ਨੇ ਜੋ ਭਗਵੰਤ ਸਿੰਘ ਮਾਨ, ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਕ ਸਿਆਸੀ ਡਰਾਮਾ ਖੇਡਿਆ ਗਿਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਦੋਵਾਂ ਪਤੀ ਪਤਨੀ ਨੇ ਇੱਕ ਸਾਂਝੀ ਜਿਹੜੀ ਹੈ ਉਹ ਖੇਡ ਖੇਡੀ ਹੈ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦੇ ਸਾਹਮਣੇ ਇਸ ਬਿੱਲ ਦੀਆਂ ਸਿਫਤਾਂ ਕਰਦੇ ਸੀਗੇ, ਸਿਫਤਾਂ ਕਰ ਦੱਸਦੇ ਸੀਗੇ ਬਿੱਲ ਹੀ ਬਹੁਤ ਵਧੀਆ ਹੈ, ਬਹੁਤ ਜ਼ਿਆਦਾ ਇਹਦਾ ਫਾਇਦਾ ਹੋਏਗਾ। ਪਰ ਅੱਜ ਜਦੋਂ ਕਿਸਾਨਾਂ ਨੇ ਇਸ ਮਾਮਲੇ 'ਤੇ ਸਖਤ ਸਟੈਂਡ ਲਿਆ ਹੈ, ਕਿਸਾਨ ਇਸ ਬਿੱਲ ਨੂੰ ਪਾਸ ਨਹੀਂ ਹੋਣ ਦੇਣਾ ਚਾਹੁੰਦੇ ਸੀ, ਤੇ ਉਸ ਸਮੇਂ ਉਹਨੇ ਇੱਕ ਕਹਿ ਦਈਏ ਕਿ ਸਿਆਸੀ ਪਲਟੀ ਮਾਰੀ ਹੈ। ਇਸ ਤਰ੍ਹਾਂ ਦੇਖਦੇ ਇਹਨੂੰ ਕਿ ਵਾਕਿਆ ਹੀ ਲੋਕਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਇੱਥੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਸਟੈਂਡ ਦਾ U-ਟਰਨ ਲੈ ਲਿਆ। ਦੇਖੋ ਬਲਵਿੰਦਰ ਜੀ, ਐਸੀ ਕੋਈ ਗੱਲ ਨਹੀਂ ਗੀ, ਪਰ ਜਿੱਥੋਂ ਤੱਕ ਗੱਲ ਕੀਤੀ ਹੈ, ਆਮ ਪਾਰਟੀ ਦੀ ਗੱਲ ਕੀਤੀ ਹੈ, ਅਤੇ ਖਾਸ ਤੌਰ 'ਤੇ ਭਗਵੰਤ ਮਾਨ ਜੀ ਦੀ ਗੱਲ ਕੀਤੀ ਹੈ, ਇਹਨਾਂ ਦੇ ਜਿਹੜੇ ਬਿਆਨ ਆ ਭਗਵੰਤ ਮਾਨ ਜੀ ਦੇ, ਮੈਂ ਇਹਨੂੰ ਕਦੀ ਸਿੰਸੀਅਰ ਹੋ ਕੇ ਨਹੀਂ ਲਿਆਗਾ, ਕਿਉਂਕਿ ਨਾ ਹੀ ਲੈਣੇ ਚਾਹੀਦੇ ਆ। ਇਹਨਾਂ ਦੇ ਕਿਤੇ ਕੋਈ ਗੱਲ ਹੁੰਦੀ, ਕਿਤੇ ਕੋਈ ਗੱਲ ਹੁੰਦੀ ਹੈ। ਅਤੇ ਇਹੀ ਮਾਨ ਸਾਹਿਬ ਸੀ ਜਦੋਂ ਪਾਰਲੀਮੈਂਟ ਦੇ ਵਿੱਚ ਬੜੀ ਉੱਚੀ ਉੱਚੀ ਰੌਲਾ ਪਾ ਰਹੇ ਸੀ, ਰਿਜ਼ਾਈਨ ਕਰੋ, ਰਿਜ਼ਾਈਨ ਕਰੋ, ਰਿਜ਼ਾਈਨ ਕਰੋ। ਅਤੇ ਜੇ ਰਿਜ਼ਾਈਨ ਕੀਤਾ ਅਤੇ ਲੋਕਾਂ ਨੂੰ ਕਹਿ ਰਿਹਾ ਕਿ U-ਟਰਨ ਲਿਆ, ਇਹੋ ਜਿਹੀ ਕੋਈ ਗੱਲ ਨਹੀਂ ਗਈ। ਪਰ ਜਦ ਕਿ ਇਹ ਜਿਹੜੇ ਆਮ ਪਾਰਟੀ ਹੈ, ਇਹਨਾਂ ਦਾ ਖੁਦ ਆਪਣਾ ਕੋਈ ਸਟੈਂਡ ਨਹੀਂ ਗਾ। ਇਹਨਾਂ ਦੇ ਜਿਹੜੇ ਪ੍ਰਧਾਨ ਸਾਹਿਬ ਹੈ, ਜਦੋਂ ਪਾਣੀਆਂ ਦੀ ਪਿੱਛੇ ਜੇ ਗੱਲ ਚੱਲੀ ਸੀਗੀ,
ਤੇ ਪੰਜਾਬ ਦੇ ਵਿੱਚ ਕੁਝ ਕਹਿੰਦੇ ਸੀਗੇ ਤੇ ਜਦੋਂ ਹਰਿਆਣਾ ਪਾਰ ਕਰ ਲਿਆ ਦਿੱਲੀ ਦੇ ਵਿੱਚ ਐਂਟਰ ਹੋਏ ਉੱਥੇ ਕੁਝ ਹੋਰ ਕਹਿ ਰਹੇ ਸੀਗੇ। ਇਸ ਕਰਕੇ ਇਹ ਲੋਕ ਜਿਹੜੇ ਆਮ ਪਾਰਟੀ ਵਾਲੇ ਆ ਇਹਨਾਂ ਤੇ ਪੰਜਾਬ ਦੇ ਲੋਕ ਹੁਣ ਵਿਸ਼ਵਾਸ ਨਹੀਂ ਕਰਨਗੇ ਤੇ ਨਾ ਹੀ ਕੀਤਾ ਜਾ ਸਕਦਾ, ਕਿਉਂਕਿ ਇੱਕ ਸਮਾਂ ਸੀਗਾ ਇਹਨਾਂ ਦੇ 4 ਮੈਂਬਰ ਪਾਰਲੀਮੈਂਟ ਵੀ ਜਿਤਾਏ ਸੀਗੇ, ਇਹਨਾਂ ਦੇ MLA ਵੀ ਜਿਤਾਏ ਸੀਗੇ, ਪਰ ਕਿਸੇ ਵੀ ਗੱਲ ਤੇ ਪੂਰੇ ਨਹੀਂ ਉਤਰੇ। ਤੇ ਜਿੱਥੋਂ ਤੱਕ ਮਾਨ ਸਾਹਿਬ ਦਾ ਸਵਾਲ ਹੈ ਉਹ ਆਪਾਂ ਚੰਗੀ ਤਰ੍ਹਾਂ ਜਾਣਦੇ, ਉਹਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਬਹੁਤ ਸਾਰਾ ਫਰਕ ਹੈ। ਇਸ ਕਰਕੇ ਜਦੋਂ ਵੀ ਪੰਜਾਬ ਦੇ ਵਿੱਚ ਸਰਕਾਰ ਬਣੇਗੀ 2022 ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ। ਇਹ ਸਨ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਸਰਦਾਰ ਕੁਲਦੀਪ ਸਿੰਘ ਔਲਖ। ਖੇਤੀ ਆਰਡੀਨੈਂਸ ਦਾ ਮੁੱਦਾ ਇਸ ਸਮੇਂ ਇੱਕ ਭਖਦਾ ਹੋਇਆ ਮੁੱਦਾ ਹੈ। ਕਿਸਾਨੀ ਦਾ ਗਲਾ ਘੁੱਟਣਾ ਇਸ ਮੁੱਦੇ ਦਾ ਮੁੱਖ ਨਾਮ ਇਸ ਨੂੰ ਦਿੱਤਾ ਜਾ ਰਿਹਾ ਹੈ ਕਿ ਇਹ ਜੋ ਆਰਡੀਨੈਂਸ ਨੇ ਇਹ ਖੇਤੀ ਆਰਡੀਨੈਂਸ ਕਿਸਾਨੀ ਦਾ ਗਲਾ ਘੁੱਟਣਗੇ। ਔਰ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਕਿਸਾਨੀ ਦੇ ਸਿਰ ਤੇ ਹੀ ਪੰਜਾਬ ਦਾ ਸਾਰਾ ਤਾਰੋਮਦਾਰ ਟਿਕਿਆ ਹੋਇਆ ਹੈ। ਇੱਥੇ ਦਾ ਵਪਾਰੀ, ਇੱਥੇ ਦਾ ਮਜ਼ਦੂਰ, ਇੱਥੇ ਦਾ ਹਰ ਵਰਗ ਕਿਸਾਨੀ ਦੇ ਨਾਲ ਹੀ ਸੰਬੰਧਿਤ ਹੈ। ਔਰ ਪੰਜਾਬ ਨੇ ਹਮੇਸ਼ਾ ਹੀ ਇਸ ਦੇਸ਼ ਦੀ ਅੰਨ ਦੀ ਲੋੜ ਨੂੰ ਪੂਰਾ ਕੀਤਾ ਹੈ। ਅੰਨਦਾਤਾ ਕਿਹਾ ਜਾਂਦਾ ਹੈ ਦੇਸ਼ ਦਾ ਸੂਬੇ ਨੂੰ। ਔਰ ਜੇਕਰ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਨਾਲ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਇੱਕ ਤਰ੍ਹਾਂ ਦੇ ਨਾਲ ਖੇਤੀ ਪ੍ਰਧਾਨ ਸੂਬਾ ਜੋ ਪੰਜਾਬ ਜੋ ਪੂਰੇ ਦੇਸ਼ ਨੂੰ ਰੋਟੀ ਦਿੰਦਾ ਹੈ ਉਸ ਦੇ ਨਾਲ ਬੜਾ ਵੱਡਾ ਵਿਸ਼ਵਾਸਘਾਤ ਹੋਏਗਾ। ਸੋ ਇਸ ਖੇਤੀ ਆਰਡੀਨੈਂਸਾਂ ਬਾਰੇ ਜੋ ਵੀ ਫੈਸਲਾ ਹੈ ਕੇਂਦਰ ਸਰਕਾਰ ਨੂੰ ਵੀ ਕਿਸਾਨਾਂ ਦੇ ਨਾਲ, ਕਿਸਾਨ ਮਾਹਰਾਂ ਦੇ ਨਾਲ, ਖੇਤਰੀ ਪਾਰਟੀਆਂ ਦੇ ਨਾਲ ਵਿਚਾਰ ਵਿਮਰਸ਼ ਕਰਨ ਤੋਂ ਬਾਅਦ ਹੀ ਲੈਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਕਿਸਾਨੀ ਹੀ ਇੱਕ ਅਜਿਹਾ ਸੈਕਟਰ ਹੈ ਜੋ ਇਸ ਸਮੇਂ ਵੀ ਪ੍ਰੋਫਿਟ ਦੇ ਵਿੱਚ ਹੈ, ਜਦ ਕਿ ਦੇਸ਼ ਦੀ GDP ਜੀ ਨੈਗੇਟਿਵ ਦੇ ਵਿੱਚ ਜਾਣ ਦੇ ਬਾਵਜੂਦ ਵੀ ਦੇਸ਼ ਦੀ ਕਿਸਾਨੀ ਦੀ ਜਿਹੜੀ ਗਰੋਥ ਹੈ ਉਹ ਪ੍ਰੋਫਿਟ ਦੇ ਵਿੱਚ ਹੈ। ਸੋ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਵੱਲੋਂ BJP ਦੇ ਨਾਲ ਤੋੜ ਵਿਛੋੜ ਵੀ ਕੀਤਾ ਜਾ ਸਕਦਾ ਹੈ ਕਿ ਜੇਕਰ ਇਸ ਕਿਸਾਨੀ ਦੇ ਮੁੱਦੇ ਤੇ, ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ BJP ਵੱਲੋਂ ਇਹ ਫੈਸਲੇ ਵਾਪਸ ਨਹੀਂ ਲਏ ਜਾਂਦੇ। ਹੁਣ ਦੇਖਣਾ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਤਰ੍ਹਾਂ ਦਾ ਤਰੀਕਾ ਰਹਿੰਦਾ ਹੈ ਔਰ ਉਹ ਕਿਸ ਤਰ੍ਹਾਂ ਆਪਣੀ ਜੋ ਗੱਠਜੋੜ ਹੈ, ਗੱਠਜੋੜ BJP ਦੇ ਨਾਲ ਹੈ, ਉਹ ਆਪਣਾ ਕਿਸ ਤਰ੍ਹਾਂ ਪੂਰਾ ਨਿਭਾਉਂਦੇ ਨੇ ਜਾਂ ਇਹ ਤੋੜ ਵਿਛੋੜ ਹੋ ਜਾਂਦਾ ਹੈ। ਇਤਿਹਾਸਿਕ ਪਲ ਹੋਣਗੇ, ਦੇਖਣ ਵਾਲਾ ਹੋਏਗਾ ਸਮਾਂ, ਕਿਉਂਕਿ ਕਿਸਾਨ ਜਥੇਬੰਦੀਆਂ ਵੱਲੋਂ ਕਰੋ ਜਾਂ ਮਰੋ ਆਰ-ਪਾਰ ਦੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਔਰ ਖੇਤੀ ਆਰਡੀਨੈਂਸਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸਾਨ ਜਥੇਬੰਦੀਆਂ ਲਾਗੂ ਨਹੀਂ ਹੋਣ ਦੇਣਾ ਚਾਹੁੰਦੀਆਂ। ਕੈਮਰਾਮੈਨ ਰਾਜਵਿੰਦਰ ਸਿੰਘ ਮਿੱਠਾ ਦੇ ਨਾਲ ਪਲਵਿੰਦਰ ਸਿੰਘ, ਡੇਲੀ ਨਿਊਜ਼ ਪੰਜਾਬੀ।